ਅਸੀਂ ਅੱਜ ਮਾਸਟਰ ਮਦਨ ਬਾਰੇ ਗੱਲ ਕਰਾਂਗੇ ਤੇ ਨਾਲ ਹੀ ਇਸ ਸਵਾਲ ਦਾ ਜਵਾਬ ਲੱਭਾਂਗੇ ਕਿ ਕੀ ਮਾਸਟਰ ਮਦਨ ਨੂੰ ਉਹਨਾਂ ਦੇ ਭਰਾਵਾਂ ਨੇ ਮਾਰਿਆ ਸੀ। ਚੜ੍ਹਦੇ ਪੰਜਾਬ ਦਾ ਪਿੰਡ ਖਾਨਾ ਅਕਬਰ ਦੇ 9 ਰਤਨਾਂ ਵਿੱਚੋਂ ਇੱਕ ਰਤਨ ਦੇ ਨਾਂ ਤੇ ਵਸਾਇਆ ਗਿਆ ਸੀ, ਪਰ ਉਦੋਂ ਕੋਈ ਵੀ ਨਹੀਂ ਸੀ ਜਾਣਦਾ ਭਈ ਆਉਣ ਵਾਲੇ ਦਿਨਾਂ ਨੂੰ ਇਸ ਨਿੱਕੇ ਜਿਹੇ ਪਿੰਡ ਦੇ ਮੱਥੇ ਤੇ ਕਲਾਸਿਕੀ ਸੰਗੀਤ ਦਾ ਇੱਕ ਅਜਿਹਾ ਰਤਨ ਚਮਕਣ ਵਾਲਾ ਹੈ ਜਿਹਦਾ ਚਾਨਣ ਪੂਰੇ ਦਕਸ਼ਣੀ ਏਸ਼ੀਆ ਨੂੰ ਰੁਸ਼ਨਾ ਛੱਡੇਗਾ। 28 ਦਸੰਬਰ 1927 ਦੇ ਦਿਨ ਇਸ ਪਿੰਡ ਨੂੰ ਜਿਹੜਾ ਰਤਨ ਨਸੀਬ ਹੋਇਆ ਸੀ ਉਹਨੂੰ ਲੋਕਾਈ ਮਾਸਟਰ ਮਦਨ ਦੇ ਨਾਂ ਤੋਂ ਯਾਦ ਕਰਦੀ ਏ ਤੇ ਲਗਭਗ 69 ਵਰੇ ਗੁਜ਼ਰਨ ਮਗਰੋਂ ਵੀ ਵੇਲੇ ਦੀ ਧੂੜ ਇਸ ਰਤਨ ਦੀ ਚਮਕ ਘੱਟ ਨਾ ਕਰ ਸਕੀ। ਮਾਸਟਰ ਮਦਨ ਨਾਲ ਸੁਣੀਆਂ ਸੁਣਾਈਆਂ ਗੱਲਾਂ ਤਾਂ ਬਹੁਤ ਜੁੜੀਆਂ ਹੋਈਆਂ ਨੇ, ਪਰ ਇਹਨਾਂ ਗੱਲਾਂ ਰਾਹੀਂ ਸਾਹਮਣੇ ਆਉਣ ਵਾਲੇ ਸਵਾਲਾਂ ਦੇ ਬਹੁਤ ਘੱਟ ਧਿਆਨ ਦਿੱਤਾ ਜਾਂਦਾ ਹੈ। ਇੱਕ ਸਵਾਲ ਤਾਂ ਇਹ ਹੈ ਕਿ ਇੰਨੇ ਲੰਮੇ ਚਿਰ ਮਗਰੋਂ ਵੀ ਸੰਗੀਤ ਜਗਤ ਦੇ ਪ੍ਰੇਮੀ ਉਸ ਬਾਲੜੇ ਜਿਹੇ ਕਲਾਕਾਰ ਨੂੰ ਕਿਉਂ ਨਾ ਭੁੱਲ ਸਕੇ ਜਿਹਦੀਆਂ ਗਾਈਆਂ ਛਿੜੀਆਂ 2 ਗ਼ਜ਼ਲਾਂ, 2 ਠੁਮਰੀਆਂ, ਗੁਰਬਾਣੀ ਦੇ 2 ਰਿਕਾਰਡ ਤੇ 2 ਪੰਜਾਬੀ ਗੀਤਾਂ ਤੋਂ ਅੱਡ ਸੰਗੀਤ ਦੇ ਭੰਡਾਰ ਵਿੱਚ ਕੋਈ ਹੋਰ ਸ਼ੈ ਸਾਨੂੰ ਨਹੀਂ ਮਿਲਦੀ। ਜਦੋਂ ਮਾਸਟਰ ਮਦਨ ਨੇ ਸਾਗਰ ਨਿਜ਼ਾਮੀ ਦੀਆਂ 2 ਮਸ਼ਹੂਰ ਗ਼ਜ਼ਲਾਂ ਰਿਕਾਰਡ ਕਰਵਾਈਆਂ ਸਨ, ਉਦੋਂ ਕੈਮਰੇ ਦਾ ਦੌਰ ਵੀ ਆ ਚੁੱਕਾ ਸੀ ਤੇ ਵੱਡੇ ਵੱਡੇ ਗਾਇਕਾਂ, ਕਵੀਆਂ, ਕਲਾਕਾਰਾਂ ਤੇ ਸਿਆਸਤਦਾਨਾਂ ਦੀਆਂ ਵੀਡੀਓਜ਼, ਆਡੀਓਜ਼ ਵੀ ਰਿਕਾਰਡਿੰਗ ਵੀ ਹੁੰਦੀ ਰਹਿੰਦੀ ਸੀ। ਮਾਸਟਰ ਮਦਨ ਦੀਆਂ ਤਸਵੀਰਾਂ ਬਾਰੇ ਜਦੋਂ ਗੱਲ ਕੀਤੀ ਜਾਂਦੀ ਹੈ ਤਾਂ ਕਲਕੱਤਾ, ਦਿੱਲੀ ਤੇ ਸ਼ਿਮਲਾ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਖਿੱਚੀਆਂ ਗਈਆਂ ਤਸਵੀਰਾਂ ਦੀ ਗੱਲ ਵੀ ਕੀਤੀ ਜਾਂਦੀ ਹੈ ਤੇ ਉਹਨਾਂ ਬਾਰੇ ਛਪੀਆਂ ਖਬਰਾਂ ਬਾਰੇ ਵੀ ਦੱਸਿਆ ਜਾਂਦਾ ਹੈ। ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਉਹਨਾਂ ਦੇ ਪ੍ਰੋਗਰਾਮ ਵਿੱਚ ਉਹਨਾਂ ਦੀ ਤਸਵੀਰ ਵਾਲੇ ਪੋਸਟਰ ਸ਼ਹਿਰ ਦੀਆਂ ਕੰਧਾਂ ਤੇ ਚਮੋੜੇ ਗਏ ਸਨ। 1940 ਵਿੱਚ ਮਹਾਤਮਾ ਗਾਂਧੀ ਜਦੋਂ ਸ਼ਿਮਲਾ ਵਿੱਚ ਗਏ ਤਾਂ ਉਹਨਾਂ ਦੀ ਤਕਰੀਰ ਸੁਣਨ ਵਾਲੇ ਘੱਟ ਬੰਦੇ ਸਨ, ਪਰ ਮਾਸਟਰ ਮਦਨ ਦੇ ਪ੍ਰੋਗਰਾਮ ਵਿੱਚ ਉਸ ਤੋਂ ਕਿਤੇ ਵਧੇਕ ਬੰਦੇ ਬੈਠੇ ਹੋਏ ਸਨ। ਉਸ ਪ੍ਰੋਗਰਾਮ ਦੀਆਂ ਫੋਟੋਆਂ ਵੀ ਅਖਬਾਰ ਵਿੱਚ ਛਪੀਆਂ ਸਨ। ਉਦੋਂ ਕੰਧਾਂ ਤੇ ਚਮੋੜੇ ਪੋਸਟਰਾਂ ਦੀ ਕੋਈ ਤਸਵੀਰ ਸਾਨੂੰ ਕਿਤੇ ਕਿਉਂ ਨਹੀਂ ਲੱਭਦੀ ਤੇ ਉਹਨਾਂ ਅਖਬਾਰਾਂ ਦੀਆਂ ਕਾਤਰਾਂ ਦਾ ਕੋਈ ਰਿਕਾਰਡ ਵੀ ਸਾਡੇ ਸਾਹਮਣੇ ਕਿਉਂ ਨਹੀਂ ਆਉਂਦਾ। ਉਹਨਾਂ ਦੀ ਭਤੀਜੀ ਰਣਜਿੰਦਰ ਕੌਰ ਕੋਲ ਉਹਨਾਂ ਅਖਬਾਰਾਂ ਦੀਆਂ ਕਾਤਰਾਂ ਸਾਂਭੀਆਂ ਹੋਈਆਂ ਸਨ ਜੋ ਸ਼ਿਮਲੇ ਰਹਿੰਦੀਆਂ ਨੇ। ਜੇ ਇਹ ਗੱਲ ਸੱਚ ਹੈ ਤਾਂ ਭਾਰਤ ਦੀਆਂ ਦੂਜੀਆਂ ਜ਼ਬਾਨਾਂ ਤੋਂ ਅੱਡ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੇ ਅਖਬਾਰਾਂ ਵਿੱਚ ਉਹਨਾਂ ਕੋਲ ਸਾਂਭਿਆ ਰਿਕਾਰਡ ਹੁਣ ਤੀਕਰ ਸਾਡੇ ਸਾਹਮਣੇ ਕਿਉਂ ਨਹੀਂ ਆ ਸਕਿਆ। 3.5 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਪਹਿਲੀ ਵਾਰ ਧਰਮਪੁਰ ਸੈਨੇਟੋਰੀਅਮ, ਹਿਮਾਚਲ ਪ੍ਰਦੇਸ਼ ਵਿੱਚ ਆਪਣੇ ਫਨ ਦਾ ਵਿਖਾਲਾ ਕੀਤਾ ਸੀ। ਕਲਾਸਿਕ ਗਾਇਕੀ ਧੁਰਪਦ ਵਿੱਚ ਗਾ ਕੇ ਸਭ ਨੂੰ ਕੇਲ ਲਿਆ ਸੀ। ਇਸ ਪ੍ਰੋਗਰਾਮ ਦੇ ਦੂਜੇ ਦਿਨ ਜਦੋਂ ਉਹਨਾਂ ਬਾਰੇ ਵੱਡੇ ਵੱਡੇ ਅਖਬਾਰਾਂ ਦੇ ਮੁੱਖ ਪੰਨਿਆਂ ਤੇ ਖਬਰਾਂ ਛਪੀਆਂ ਤਾਂ ਉਹ ਪੂਰੇ ਹਿੰਦੁਸਤਾਨ ਵਿੱਚ ਮਸ਼ਹੂਰ ਹੋ ਗਏ। ਕਿਹਾ ਜਾਂਦਾ ਹੈ ਕਿ ਦਕਸ਼ਣੀ ਭਾਰਤ ਦੇ ਅਖਬਾਰ ਦੀ ਹਿੰਦੂ ਨੇ ਵੀ ਉਹਨਾਂ ਦੇ ਪ੍ਰੋਗਰਾਮ ਦੀ ਖਬਰ ਛਾਪੀ ਸੀ। ਇਸ ਪ੍ਰੋਗਰਾਮ ਮਗਰੋਂ ਉਹਨਾਂ ਨੂੰ ਦੇਸ਼ ਦੀਆਂ ਵੱਖ-ਵੱਖ ਰਿਆਸਤਾਂ ਤੇ ਰੇਡੀਓ ਸਟੇਸ਼ਨਾਂ ਤੋਂ ਸੱਦੇ ਆਉਣ ਲੱਗ ਪਏ ਤੇ ਉਹ ਆਪਣੇ ਵੱਡੇ ਭਰਾ ਮਾਸਟਰ ਮੋਹਨ ਨਾਲ ਰਲ ਕੇ ਆਪਣੇ ਫਨ ਦਾ ਵਿਖਾਲਾ ਕਰਨ ਲੱਗ ਪਏ। ਸੱਦੇ ਮਿਲਣ ਮਗਰੋਂ ਆਪਣੇ ਘਰ ਘੱਟ ਰਹਿੰਦੇ ਤੇ ਉਹਨਾਂ ਥਾਵਾਂ ਤੇ ਵਧੇਕ ਜਾਣ ਲੱਗ ਪਏ ਜਿੱਥੇ ਉਹ ਆਪਣੇ ਫਨ ਦੇ ਵਿਖਾਲੇ ਲਈ ਬੁਲਾਏ ਜਾਂਦੇ, ਜਿਹਦੇ ਨਾਲ ਉਹਨਾਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਣ ਲੱਗ ਪਿਆ ਸੀ। ਪਰ ਦੌਲਤ ਤੇ ਸ਼ੋਹਰਤ ਦੀਆਂ ਜਿਹੀਆਂ ਡੈਣਾਂ ਜਦੋਂ ਕਿਸੇ ਘਰ ਵੜਦੀਆਂ ਨੇ ਤਾਂ ਬੰਦਾ ਸਾਰੀਆਂ ਸ਼ੈਵਾਂ ਭੁੱਲ ਕੇ ਉਹਨਾਂ ਦਾ ਗੁਲਾਮ ਬਣ ਜਾਂਦਾ ਹੈ। ਹੁਣ ਮਾਸਟਰ ਮਦਨ 1 ਮਹੀਨੇ ਵਿੱਚ ਸੰਗੀਤ ਦੇ ਲਗਭਗ 20 ਪ੍ਰੋਗਰਾਮਾਂ ਵਿੱਚ ਗਾਉਣ ਲਈ ਜਾਣ ਲੱਗ ਪਏ ਸਨ। ਜਦੋਂ ਆਪਣੇ ਆਲ ਦੁਆਲੇ ਜਾਂ ਸ਼ਿਮਲੇ ਦੇ ਕਿਸੇ ਪ੍ਰੋਗਰਾਮ ਵਿੱਚ ਜਾਂਦੇ ਤਾਂ ਉਹਦੇ ਲਈ 20 ਰੁਪਏ ਤੇ ਸ਼ਹਿਰ ਤੋਂ ਬਾਹਰ ਜਾ ਕੇ ਗਾਉਣ ਦੇ 80 ਰੁਪਏ ਲੈਂਦੇ ਸਨ। ਇਸ ਰੂਟੀਨ ਨੂੰ ਵੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ 1 ਮਹੀਨੇ ਦੇ 20 ਦਿਨਾਂ ਵਿੱਚ ਸਾਰੇ ਕੰਮ ਛੱਡ ਕੇ ਤੇ ਆਪਣੇ ਘਰ ਤੋਂ ਦੂਰ ਰਹਿ ਕੇ ਜੇ ਕੋਈ ਕਲਾਕਾਰ ਹਰ ਰਾਤ ਨੂੰ 2-3 ਘੰਟੇ ਵੀ ਗਾਉਂਦਾ ਰਹੇ ਤਾਂ ਉਹਦੀ ਸਿਹਤ ਤੇ ਕੀ ਅਸਰ ਪੈ ਸਕਦਾ ਹੈ। ਮਾਸਟਰ ਮਦਨ ਦੀ ਮੌਤ ਬਾਰੇ ਵੱਖ-ਵੱਖ ਦਾਅਵੇ ਕੀਤੇ ਜਾਂਦੇ ਨੇ, ਪਰ ਕੋਈ ਸਬੂਤ ਸਾਡੇ ਸਾਹਮਣੇ ਨਹੀਂ ਆਉਂਦਾ। ਪਿਛਲੇ 20 ਵਰ੍ਹਿਆਂ ਤੋਂ ਮੌਤ ਬਾਰੇ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਉਹਨਾਂ ਨੂੰ ਖਿੱਚ ਤਾਣ ਕੇ ਇੰਨਾ ਲਾਮਾ ਕਰ ਦਿੱਤਾ ਗਿਆ ਹੈ ਕਿ ਅਸਲ ਗੱਲ ਦੀ ਥਾਂ ਮੱਖੀ ਤੇ ਮੱਖੀ ਮਾਰਨ ਵਾਲੀ ਗੱਲ ਵਧੇਕ ਸੱਚ ਜਾਪਣ ਲੱਗ ਪਈ ਹੈ।
ਹੁਣ ਤੀਕਰ ਉਹਨਾਂ ਦੀ ਮੌਤ ਦੇ 3 ਕਾਰਨ ਪੇਸ਼ ਕੀਤੇ ਜਾਂਦੇ ਰਹੇ। ਇੱਕ ਤਾਂ ਜਦੋਂ ਆਲ ਇੰਡੀਆ ਰੇਡੀਓ ਦਿੱਲੀ ਤੇ ਗਾਉਣ ਲਈ ਗਏ ਤਾਂ ਕਿਸੇ ਦੁਸ਼ਮਣ ਨੇ ਉਹਨਾਂ ਨੂੰ ਸ਼ਰਬਤ ਵਿੱਚ ਪਾਰਾ ਘੋਲ ਕੇ ਪਿਵਾਇਆ ਸੀ। ਦੂਜਾ, ਜਦੋਂ ਉਹ ਅੰਬਾਲੇ ਗਏ ਤਾਂ ਗਾਉਣ ਵਾਲੀ ਕੋਈ ਕੁੜੀ ਉਹਨਾਂ ਨੂੰ ਆਪਣੇ ਕੋਠੇ ਤੇ ਲੈ ਗਈ ਤੇ ਉਹਨਾਂ ਨੂੰ ਪਾਨ ਵਿੱਚ ਕੁਝ ਪਾ ਕੇ ਖਵਾ ਦਿੱਤਾ ਗਿਆ ਸੀ। ਤੀਜਾ ਤੇ ਅਖੀਰਲਾ ਕਾਰਨ ਇਹ ਵੀ ਦੱਸਿਆ ਜਾਂਦਾ ਹੈ ਕਿ ਉਹਨਾਂ ਨੂੰ ਫਿਲਮੀ ਜਗਤ ਦੇ ਮਹਾਨ ਗਾਇਕ KL ਸਹਿਗਲ ਨੇ ਦੁੱਧ ਵਿੱਚ ਪਾਰਾ ਜਾਂ ਜ਼ਹਿਰ ਪਾ ਕੇ ਪਿਵਾ ਦਿੱਤਾ ਸੀ। ਪਹਿਲੀਆਂ ਦੋਵਾਂ ਗੱਲਾਂ ਤੇ ਭਾਵੇਂ ਕੋਈ ਇਤਬਾਰ ਕਰ ਵੀ ਲਵੇ, ਪਰ KL ਸਹਿਗਲ ਵਾਲੀ ਗੱਲ ਤੇ ਇਤਬਾਰ ਕਰਨਾ ਇਸ ਕਰਕੇ ਵੀ ਔਖਾ ਹੋ ਜਾਂਦਾ ਹੈ ਕਿ ਮਾਸਟਰ ਮਦਨ ਹਾਲੀ 3 ਸਾਲ ਦੇ ਸਨ ਜਦੋਂ KL ਸਹਿਗਲ ਸ਼ਿਮਲੇ ਨੂੰ ਛੱਡ ਕੇ ਕਲਕੱਤੇ ਚਲੇ ਗਏ ਤੇ ਉਹਨਾਂ ਨਿਊ ਥੀਏਟਰ ਵਿੱਚ 200 ਰੁਪਏ ਮਹੀਨਾ ਤੇ ਨੌਕਰੀ ਕਰ ਲਿੱਤੀ ਸੀ। ਜਦੋਂ ਮਾਸਟਰ ਮਦਨ 5 ਸਾਲ ਦੇ ਹੋਏ ਤਾਂ KL ਸਹਿਗਲ ਦੀਆਂ ਪਹਿਲੀਆਂ 3 ਫਿਲਮਾਂ ਮੁਹੱਬਤ ਕੇ ਆਂਸੂ, ਸੁਬਹ ਕਾ ਸਿਤਾਰਾ ਤੇ ਜ਼ਿੰਦਾ ਲਾਸ਼ ਰਿਲੀਜ਼ ਵੀ ਹੋ ਗਈਆਂ ਸਨ। ਉਹ ਕਲਾਸਿਕੀ ਸੰਗੀਤ ਨਾਲ ਸੰਬੰਧਿਤ ਹੋ ਕੇ ਵੀ ਫਿਲਮੀ ਜਗਤ ਵਿੱਚ ਨਾ ਸਿਰਫ ਪੈਰ ਧਰ ਚੁੱਕੇ ਸਨ, ਸਗੋਂ ਉਹਨਾਂ ਨੂੰ ਚੋਖੀ ਮਾਨਤਾ ਵੀ ਮਿਲ ਗਈ ਸੀ। ਬੇਸ਼ੱਕ ਉਦੋਂ ਮਾਸਟਰ ਮਦਨ ਦੀ ਸ਼ੋਹਰਤ ਪੂਰੇ ਹਿੰਦੁਸਤਾਨ ਵਿੱਚ ਖਿਲਰ ਗਈ ਸੀ, ਪਰ KL ਸਹਿਗਲ ਵੀ ਉਦੋਂ ਕੋਈ ਘੱਟ ਮਸ਼ਹੂਰ ਨਹੀਂ ਸਨ। ਉਹਨਾਂ ਨੂੰ ਮਾਸਟਰ ਮਦਨ ਕੋਲੋਂ ਕੀ ਡਰ ਸੀ? ਉਹ ਐਡੇ ਪੱਥਰ ਦਿਲ ਸਨ ਕਿ ਆਪ ਨਾਲੋਂ ਨਿੱਕੀ ਉਮਰ ਦੇ ਕਲਾਕਾਰ ਨੂੰ ਪਾਰਾ ਪਿਵਾ ਦਿੰਦੇ। ਮਾਸਟਰ ਮਦਨ ਦੀ ਕਲਾ ਨਾਲ ਜੁੜਿਆ ਇੱਕ ਹੋਰ ਸਵਾਲ ਵੀ ਸਾਡੇ ਸਾਹਮਣੇ ਆਉਂਦਾ ਹੈ ਕਿ 10 ਵਰ੍ਹਿਆਂ ਤੀਕਰ ਉਹਨਾਂ ਨੇ ਸਿਰਫ 8 ਹੀ ਗਾਣੇ ਕਿਉਂ ਰਿਕਾਰਡ ਕਰਵਾਏ? ਜੇ ਉਹ ਆਪਣੇ ਘਰ ਵਿੱਚ ਵੀ ਗਾਉਂਦੇ ਰਹੇ, ਕਲਕੱਤਾ ਤੇ ਦਿੱਲੀ ਵਿੱਚ ਜਾ ਕੇ ਗਾਉਂਦੇ ਰਹੇ, ਫਿਰ ਆਲ ਇੰਡੀਆ ਰੇਡੀਓ ਤੇ ਵੀ ਗੀਤ ਗਜ਼ਲਾਂ ਤੇ ਗੁਰਬਾਣੀ ਰਿਕਾਰਡ ਕਰਵਾਉਂਦੇ ਰਹੇ, ਤਾਂ ਉਹਨਾਂ ਦੀਆਂ ਗਾਈਆਂ ਹੋਈਆਂ ਦੂਜੀਆਂ ਸ਼ੈਵਾਂ ਕਿੱਥੇ ਗਈਆਂ? ਉਹਨਾਂ ਦੇ ਜੀਵਨ ਬਾਰੇ ਜਿਹੜੀਆਂ ਹੋਰ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਨੇ, ਉਹਨਾਂ ਤੋਂ ਪਤਾ ਚੱਲਦਾ ਹੈ ਕਿ ਇੱਕ ਧਾਰਮਿਕ ਖਾਨਦਾਨ ਦੇ ਜੀ ਸਨ। ਉਹਨਾਂ ਦੇ ਮਾਪੇ ਵੀ ਧਾਰਮਿਕ ਸੋਚ ਰੱਖਦੇ ਸਨ ਤੇ ਉਹ ਆਪ ਵੀ ਜਦੋਂ ਕਿਸੇ ਪ੍ਰੋਗਰਾਮ ਵਿੱਚ ਜਾਂਦੇ ਜਾਂ ਰੇਡੀਓ ਤੇ ਰਿਕਾਰਡਿੰਗ ਲਈ ਉਹਨਾਂ ਨੂੰ ਬੁਲਾਇਆ ਜਾਂਦਾ ਤਾਂ ਆਪਣੇ ਨਾਲ ਗੁਰੂ ਨਾਨਕ ਦੇਵ ਜੀ ਦੀ ਤਸਵੀਰ, ਗੁਟਕਾ ਤੇ ਮਾਲਾ ਜ਼ਰੂਰ ਲੈ ਕੇ ਜਾਂਦੇ। ਜੇ ਇਹ ਗੱਲ ਸੱਚੀ ਸੀ ਤਾਂ ਉਹਨਾਂ ਦੀਆਂ ਗਾਈਆਂ ਗਜ਼ਲਾਂ, ਗੀਤਾਂ ਤੇ ਠੁਮਰੀਆਂ ਤੋਂ ਅੱਡ ਧਾਰਮਿਕ ਗਾਇਕੀ ਤੇ ਗੁਰਬਾਣੀ ਦੀ ਵੀ ਚੋਖੀ ਰਿਕਾਰਡਿੰਗ ਕਿਤੇ ਨਾ ਕਿਤੇ ਤਾਂ ਜ਼ਰੂਰ ਹੋਣੀ ਚਾਹੀਦੀ ਹੈ। ਆਖਿਰ ਉਹ ਕਿੱਥੇ ਗਈ? ਮਾਸਟਰ ਮਦਨ ਨੂੰ ਆਪਣੀ ਗਾਈਆਂ ਹੋਈਆਂ ਠੁਮਰੀਆਂ, ਪੰਜਾਬੀ ਗੀਤਾਂ ਤੇ ਗੁਰਬਾਣੀ ਤੋਂ ਵੱਧ ਖਾਲੀ ਸਾਗਰ ਨਿਜ਼ਾਮੀ ਦੀਆਂ ਗਾਈਆਂ ਹੋਈਆਂ 2 ਉਰਦੂ ਗਜ਼ਲਾਂ ਨਾਲ ਹੀ ਜੋੜ ਕੇ ਕਿਉਂ ਯਾਦ ਕੀਤਾ ਜਾਂਦਾ ਹੈ? ਸਾਗਰ ਨਿਜ਼ਾਮੀ ਭਾਵੇਂ ਉਰਦੂ ਸਾਹਿਤ ਦਾ ਇੱਕ ਚੰਗਾ ਨਾਂ ਸੀ, ਪਰ ਉਹਨਾਂ ਦੀ ਸ਼ੋਹਰਤ ਵਿੱਚ ਉਹਨਾਂ ਦੀ ਰੋਮਾਨਵੀ ਕਵਿਤਾਵਾਂ, ਸੀਮਾਬ ਅਕਬਰ ਆਬਾਦੀ ਦੀ ਸ਼ਾਗਿਰਦੀ, ਜੋਸ਼ ਤੇ ਮਜਾਜ਼ ਨਾਲ ਦੋਸਤੀ, ਆਲ ਇੰਡੀਆ ਰੇਡੀਓ ਦਿੱਲੀ ਵਿੱਚ ਨੌਕਰੀ ਤੇ ਕਾਂਗਰਸ ਦੇ ਲੀਡਰ ਨਾਲ ਸੰਬੰਧ ਵੀ ਇਸ ਸ਼ੋਹਰਤ ਵਿੱਚ ਸ਼ਾਮਿਲ ਸਨ। ਪਰ ਇਹ ਸਭ ਕੁਝ ਹੋਣ ਤੇ ਵੀ ਉਹ ਪੰਡਤ ਅਮਰਨਾਥ ਦੇ ਸੁਰਾਂ ਵਿੱਚ ਢਾਲੀਆਂ ਉਹਨਾਂ ਦੀਆਂ 2 ਗਜ਼ਲਾਂ ਯੂੰ ਨ ਰਹਿ ਰਹਿ ਕਰ ਹਮੇਂ ਤਰਸਾਈਏ, ਆਈਏ ਅਬ आइए आ जाइए ते हैरत से तक रहा है जहाने वफा मुझे, तुमने बना दिया है मोहब्बत में क्या मुझे। ਜੇ 8 ਵਰ੍ਹੇ ਦਾ ਮਾਸਟਰ ਮਦਨ ਆਪਣੀ ਆਵਾਜ਼ ਇਹਨਾਂ 2 ਗਜ਼ਲਾਂ ਨੂੰ ਨਾ ਦਿੰਦਾ ਤਾਂ ਉਹ ਇੰਨੇ ਮਸ਼ਹੂਰ ਹੋਣੇ ਸਨ? ਮਾਸਟਰ ਮਦਨ ਬਾਰੇ ਅੱਜ ਤੀਕਰ ਜੋ ਵੀ ਲਿਖਿਆ ਗਿਆ ਉਹਦੇ ਵਿੱਚ ਸੁਣੀਆਂ ਸੁਣਾਈਆਂ ਵਧੀਕ ਤੇ ਅੱਖੀਂ ਡੀਠੀਆਂ ਗੱਲਾਂ ਬਹੁਤ ਘੱਟ ਨੇ। ਨਾਲੇ ਜੋ ਵੀ ਲਿਖਿਆ ਗਿਆ ਹੈ ਉਹਦੇ ਨਾਲ ਉਹਨਾਂ ਦੀ ਕਲਾ ਦਾ ਪੂਰਾ ਨਕਸ਼ਾ ਸਾਡੇ ਸਾਹਮਣੇ ਨਹੀਂ ਆਉਂਦਾ, ਜਿਹਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਰਿਕਾਰਡਿੰਗ ਨੂੰ ਢੂੰਢਣ ਵਾਲੇ ਵਧੀਕ ਬੰਦੇ ਜਾਂ ਤੇ ਉਰਦੂ ਸਾਹਿਤ ਤੇ ਪੱਤਰਕਾਰੀ ਨਾਲ ਜੁੜੇ ਹੋਏ ਸਨ ਜਾਂ ਉਹਨਾਂ ਨੂੰ ਉਰਦੂ ਤੇ ਹਿੰਦੀ ਗਾਇਕੀ ਨਾਲ ਸੰਬੰਧ ਰੱਖਣ ਵਾਲੇ ਖੋਜਕਾਰਾਂ ਨੇ ਹੀ ਖੋਜਿਆ ਹੈ। ਨਾਲੇ ਸੰਗੀਤ ਤੇ ਗਾਇਕੀ ਦੇ ਆਲੋਚਕ ਜਦੋਂ ਵੀ ਉਹਨਾਂ ਬਾਰੇ ਕੋਈ ਗੱਲ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਉਹ ਇਹਨਾਂ 2 ਗਜ਼ਲਾਂ ਤੋਂ ਮਗਰੋਂ ਉਹਨਾਂ ਦੀਆਂ ਗਾਈਆਂ ਹੋਈਆਂ 2 ਠੁਮਰੀਆਂ ਦੀ ਗੱਲ ਹੀ ਕਰਦੇ ਨੇ। ਪਰ ਪੰਜਾਬੀ ਦੇ 2 ਗੀਤਾਂ ਰਾਵੀ ਦੇ ਪਰਲੇ ਕੰਢੇ ਵੇ ਮਿੱਤਰਾ ਤੇ ਬਾਗਾਂ ਵਿੱਚ ਪੀਂਘਾਂ ਪਈਆਂ ਬਾਰੇ ਘੱਟ ਗੱਲ ਹੁੰਦੀ ਹੈ। ਕੋਈ ਵੀ ਇਸ ਗੱਲ ਦੀ ਖੋਜ ਨਹੀਂ ਕਰਦਾ ਕਿ ਪੰਜਾਬੀ ਦੇ ਇਹਨਾਂ 2 ਗੀਤਾਂ ਦੇ ਬੋਲ ਕਿਸ ਨੇ ਲਿਖੇ ਸਨ ਤੇ ਇਹਨਾਂ ਨੂੰ ਸਭ ਤੋਂ ਪਹਿਲੇ ਆਲ ਇੰਡੀਆ ਰੇਡੀਓ ਦੇ ਕਿਹੜੇ ਸਟੇਸ਼ਨ ਤੇ ਗਾਇਆ ਗਿਆ ਜਾਂ ਰਿਕਾਰਡ ਕੀਤਾ ਗਿਆ ਸੀ। ਇਸੇ ਤਰ੍ਹਾਂ ਉਹਨਾਂ ਦੀ ਗਾਈ ਹੋਈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚੇਤਨਾ ਹੋ ਚੇਤ ਲੈ ਤੇ ਮਨ ਕੀ ਮਨ ਮਾਹੇ ਰਹੀ ਬਾਰੇ ਵੀ ਕੋਈ ਗੱਲ ਕਿਉਂ ਨਹੀਂ ਕੀਤੀ ਜਾਂਦੀ? ਮਾਸਟਰ ਮਦਨ ਦੀ ਗਾਇਕੀ ਤੇ ਜੀਵਨ ਨਾਲ ਜੁੜੇ ਬਹੁਤੇ ਬੰਦੇ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ।
ਉਹਦੇ ਮਗਰੋਂ ਆਉਣ ਵਾਲੀ ਪੀੜ੍ਹੀ ਵੀ ਹੁਣ ਬੁੱਢੀ ਹੋ ਗਈ ਹੈ। ਪਰ ਕਰਾਚੀ ਬਸਤੀ ਉਰਦੂ ਦੀ ਪ੍ਰੋਫੈਸਰ, ਸਾਹਿਤਕਾਰ ਤੇ ਕਾਲਮਿਸਟ ਪ੍ਰੋਫੈਸਰ ਰਈਸ ਫਾਤਮਾ ਹੁਣ ਵੀ ਮਾਸਟਰ ਮਦਨ ਦੇ ਜੀਵਨ ਤੇ ਉਹਨਾਂ ਦੀ ਕਲਾ ਨੂੰ ਆਪਣੇ ਅੱਬਾ ਜੀ ਦੀਆਂ ਯਾਦਾਂ ਨਾਲ ਜੋੜ ਕੇ ਜਦੋਂ ਚੇਤੇ ਕਰਦੀਆਂ ਨੇ ਤਾਂ ਅਸੀਂ ਇੱਕ ਵਾਰ ਫਿਰ 1930 ਦੇ ਦੌਰ ਵਿੱਚ ਚਲੇ ਜਾਂਦੇ ਹਾਂ। ਰਈਸ ਫਾਤਮਾ ਦਾ ਜਨਮ 1946 ਨੂੰ ਅੱਲਾਹਾਬਾਦ ਵਿੱਚ ਹੋਇਆ ਸੀ। ਉਹਨਾਂ ਦੇ ਅੱਬਾ ਜੀ ਮਰਹੂਮ ਮੁਹੰਮਦ ਬਖਸ਼ ਅੰਗਰੇਜ਼ ਹਕੂਮਤ ਦੇ ਸਿਵਲ ਐਵੀਏਸ਼ਨ ਦੇ ਮਹਿਕਮੇ ਦੇ ਇੱਕ ਵੱਡੇ ਅਫਸਰ ਸਨ। ਜਦੋਂ ਸਾਨੂੰ ਪਤਾ ਚੱਲਿਆ ਕਿ ਰਈਸ ਫਾਤਮਾ ਨੇ ਵੀ ਮਾਸਟਰ ਮਦਨ ਦੀਆਂ ਕੁਝ ਯਾਦਾਂ ਆਪਣੇ ਕੋਲ ਸਾਂਭੀਆਂ ਹੋਈਆਂ ਨੇ ਤਾਂ ਸਾਨੂੰ ਉਹਨਾਂ ਨਾਲ ਗੱਲ ਕਰਨ ਦਾ ਚਾਅ ਚੜ੍ਹਿਆ। ਅਸੀਂ ਉਹਨਾਂ ਕੋਲੋਂ ਮਾਸਟਰ ਮਦਨ ਬਾਰੇ ਅਜਿਹੀਆਂ ਗੱਲਾਂ ਸੁਣੀਆਂ ਜੋ ਮਾਸਟਰ ਮਦਨ ਦੇ ਜੀਵਨ ਨਾਲ ਹੀ ਨਹੀਂ ਸਗੋਂ KL ਸਹਿਗਲ ਦੇ ਜੀਵਨ ਨਾਲ ਵੀ ਜੁੜੀਆਂ ਹੋਈਆਂ ਸਨ। ਦੂਜੀਆਂ ਗੱਲਾਂ ਤਾਂ ਇੱਕ ਪਾਸੇ ਅਸੀਂ ਮਾਸਟਰ ਮਦਨ ਦੀ ਮੌਤ ਨਾਲ ਜੁੜੇ ਝੂਠ ਤੇ ਸੱਚ ਦਾ ਨਿਤਾਰਾ ਕਰਨਾ ਚਾਹੁੰਦੇ ਸਾਂ, ਜਿਹਦੇ ਬਾਰੇ ਉਹਨਾਂ ਆਪਣੇ ਅੱਬਾ ਜੀ ਕੋਲੋਂ ਜੋ ਕੁਝ ਸੁਣਿਆ ਸੀ ਉਹ ਪਹਿਲੀਆਂ ਤਿੰਨਾਂ ਗੱਲਾਂ ਨਾਲੋਂ ਉੱਕਾ ਵੱਖਰਾ ਸੀ। ਮਾਸਟਰ ਮਦਨ ਦੀ ਮੌਤ ਨਾਲ ਜੁੜੀ ਇਸ ਗੱਲ ਤੋਂ ਪਹਿਲਾਂ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਮੁਹੰਮਦ ਬਖਸ਼ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ ਵਧੀਆ ਸੰਗੀਤ ਸੁਣਨ ਤੇ ਚੰਗਾ ਸਾਹਿਤ ਪੜ੍ਹਨ ਦੇ ਵੀ ਸ਼ੌਕੀਨ ਸਨ। ਫੋਟੋਗ੍ਰਾਫੀ ਉਹਨਾਂ ਦਾ ਸਭ ਤੋਂ ਵੱਡਾ ਸ਼ੌਕ ਸੀ, ਜਿਹਦੇ ਲਈ ਉਹ ਆਪਣੇ ਦੌਰ ਦਾ ਮਸ਼ਹੂਰ ਕੈਮਰਾ ਰੋਲੀ ਫੈਲੈਕਸ ਹਰ ਵੇਲੇ ਆਪਣੇ ਨਾਲ ਰੱਖਦੇ ਸਨ। ਰਈਸ ਫਾਤਮਾ ਦਾ ਕਹਿਣਾ ਸੀ ਕਿ ਉਹਨਾਂ ਦੇ ਘਰ ਵਿੱਚ ਅੱਬਾ ਜੀ ਦੇ ਹੱਥ ਨਾਲ ਖਿੱਚੀਆਂ 2 ਤਸਵੀਰਾਂ ਲੱਗੀਆਂ ਹੋਈਆਂ ਸਨ, ਜਿਹੜੀਆਂ ਮਾਸਟਰ ਮਦਨ ਦੇ ਘਰ ਵਿੱਚ ਹੀ ਬਣਾਈਆਂ ਗਈਆਂ ਸਨ। ਇੱਕ ਤਸਵੀਰ ਵਿੱਚ ਮਾਸਟਰ ਮਦਨ ਆਪਣੇ ਵੱਡੇ ਭਰਾਵਾਂ ਦੇ ਵਿਚਕਾਰ ਪੱਗ ਬੰਨ੍ਹ ਕੇ ਬੈਠੇ ਹੋਏ ਸਨ ਤੇ ਦੂਜੀ ਵਿੱਚ ਉਹਨਾਂ ਦੇ ਨਾਲ ਸੰਗੀਤ ਜਗਤ ਦੇ ਮਹਾਨ ਗਾਇਕ ਕੁੰਦਨ ਲਾਲ ਸਹਿਗਲ ਹੋਰੀ ਨਜ਼ਰ ਆ ਰਹੇ ਸਨ। ਰਈਸ ਫਾਤਮਾ ਨੂੰ ਆਪਣੇ ਘਰ ਵਿੱਚ ਵੱਜਣ ਵਾਲਾ ਉਹ ਰੇਡੀਓਗ੍ਰਾਮ ਵੀ ਯਾਦ ਹੈ, ਜਿਹਦੇ ਉੱਤੇ ਚੱਲਣ ਵਾਲੇ ਰਿਕਾਰਡ ਤੇ ਇੱਕ ਪਾਸੇ ਮਾਸਟਰ ਮਦਨ ਦੀ ਆਈ ਹੋਈ ਸਾਗਰ ਨਿਜ਼ਾਮੀ ਦੀ ਗਜ਼ਲ ਯੂੰ ਨ ਰਹਿ ਰਹਿ ਕਰ ਹਮੇ ਤਰਸਾਈਏ ਮੁਕਦੀ ਤਾਂ ਦੂਜੇ ਪਾਸੇ ਰਿਕਾਰਡ ਹੋਈ ਗਜ਼ਲ ਹੈਰਤ ਸੇ ਤੱਕ ਰਹਾ ਹੈ ਜਹਾਨੇ ਵਫਾ ਮੁਝੇ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਸੀ। ਮੁਹੰਮਦ ਬਖਸ਼ ਤੇ KL ਸਹਿਗਲ ਹੋਰਾਂ ਦੀ ਇੱਕ ਦੂਜੇ ਨਾਲ ਅੱਛੀ ਜਾਣ ਪਹਿਚਾਣ ਸੀ। ਸਗੋਂ KL ਸਹਿਗਲ ਬਾਰੇ ਵੀ ਉਹਨਾਂ ਮੈਨੂੰ 1-2 ਗੱਲਾਂ ਦੱਸੀਆਂ ਸਨ, ਜਿਹੜੀਆਂ ਫਿਰ ਕਦੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਮੁਹੰਮਦ ਬਖਸ਼ ਹੋਰੀ ਜਦੋਂ ਸ਼ਿਮਲੇ ਜਾਂਦੇ ਤਾਂ KL ਸਹਿਗਲ ਨੂੰ ਵੀ ਮਿਲਦੇ ਤੇ ਮਾਸਟਰ ਮਦਨ ਦੇ ਘਰ ਵੀ ਜਾਂਦੇ। ਉਹਨਾਂ ਦਾ ਕਹਿਣਾ ਸੀ ਕਿ ਸਰਦਾਰ ਅਮਰ ਸਿੰਘ ਦੇ ਦੋਹਾਂ ਪੁੱਤਰਾਂ ਮਾਸਟਰ ਮਦਨ ਤੇ ਉਹਨਾਂ ਦੇ ਵੱਡੇ ਭਰਾ ਮਾਸਟਰ ਮੋਹਨ ਨਾਲ ਵੀ ਉਹਨਾਂ ਦੀ ਗੂੜੀ ਜਾਰੀ ਸੀ। ਮਾਸਟਰ ਮਦਨ ਜਿੰਨਾ ਅੱਛਾ ਗਾਉਂਦੇ ਸਨ, ਮਾਸਟਰ ਮੋਹਨ ਉਨਾ ਹੀ ਅੱਛਾ ਵਾਇਲਨ ਵਜਾਉਂਦੇ ਸਨ। ਬਹੁਤ ਵਾਰ ਤਾਂ ਇੰਝ ਵੀ ਹੋਇਆ ਜਦੋਂ KL ਸਹਿਗਲ ਨਾਲ ਰਲ ਕੇ ਮਾਸਟਰ ਮਦਨ ਹੋਰਾਂ ਦੇ ਘਰ ਗਏ ਤਾਂ ਸਹਿਗਲ ਆਪਣਾ ਹਾਰਮੋਨੀਅਮ ਵੀ ਨਾਲ ਚੁੱਕ ਕੇ ਉੱਤੇ ਲੈ ਜਾਂਦੇ ਤੇ ਮਾਸਟਰ ਮੋਹਨ ਨਾਲ ਰਲ ਕੇ ਗਾਉਂਦੇ ਰਹਿੰਦੇ। ਇੱਕ ਲੇਖ ਰਾਹੀਂ ਸਾਨੂੰ ਇਹ ਵੀ ਪਤਾ ਚੱਲਦਾ ਹੈ ਕਿ ਜਦੋਂ KL ਸਹਿਗਲ ਤੇ ਮਾਸਟਰ ਮੋਹਨ ਰਲ ਕੇ ਗਾਉਂਦੇ ਜਾਂ ਰਿਆਜ਼ ਕਰਦੇ ਤਾਂ ਮਾਸਟਰ ਮਦਨ ਚੁੱਪ-ਚੁੱਪੀ ਤੇ ਇੱਕ ਪਾਸੇ ਬੈਠੇ ਰਹਿੰਦੇ। ਉਹ ਨਾ ਤੇ ਕੋਈ ਗੱਲ ਕਰਦੇ ਤੇ ਨਾ ਉਹਨਾਂ ਨਾਲ ਰਲ ਕੇ ਚੋਖੇ ਚਿਰ ਤੀਕਰ ਗਾਉਂਦੇ। ਉਹਨਾਂ ਬਾਰੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ 5-6 ਵਰ੍ਹੇ ਦੀ ਉਮਰੇ ਵੀ ਉਹ ਨਾ ਤੇ ਕਿਸੇ ਖੇਡ ਵੱਲ ਧਿਆਨ ਦਿੰਦੇ ਤੇ ਨਾ ਹੀ ਜ਼ਿਆਦਾ ਗੱਲਬਾਤ ਕਰਦੇ। ਜੇ ਇਹੋ ਜਿਹੀ ਹਸਤੀ ਨੂੰ ਰੂਹਾਨੀ ਖੁਰਾਕ ਤੋਂ ਹਟਾ ਕੇ 20 ਜਾਂ 80 ਰੁਪਏ ਦੀ ਮਜ਼ਦੂਰੀ ਲਈ ਪੂਰਾ ਮਹੀਨਾ ਘਰੋਂ ਬਾਹਰ ਰਹਿਣਾ ਪੈ ਜਾਏ ਤਾਂ ਉਹਦਾ ਦਿਲ ਕਿੰਨੇ ਕੁ ਚਿਰ ਤੀਕਰ ਧੜਕੇਗਾ ਤੇ ਉਹਦੀ ਰੂਹ ਕਦੋਂ ਤੀਕਰ ਕਲਬੂਤ ਦੇ ਪਿੰਜਰੇ ਵਿੱਚ ਕੈਦ ਕੀਤੀ ਜਾ ਸਕਦੀ ਹੈ। ਮੁਹੰਮਦ ਬਖਸ਼ ਹੋਰਾਂ ਦੇ ਕਹਿਣ ਮੁਤਾਬਿਕ ਉਹਨਾਂ ਨੂੰ ਨਾ ਤੇ ਕਿਸੇ ਕਲਕੱਤਾ ਵਿੱਚ ਨਾ ਹੀ ਦਿੱਲੀ ਦੇ ਰੇਡੀਓ ਸਟੇਸ਼ਨ ਤੇ ਕੁਝ ਖਵਾਇਆ ਸੀ, ਨਾ ਹੀ KL ਸਹਿਗਲ ਨੇ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ ਤੇ ਨਾ ਹੀ ਅੰਬਾਲੇ ਦੀ ਕਿਸੇ ਕੁੜੀ ਨੇ ਉਹਨਾਂ ਨੂੰ ਪਾਨ ਵਿੱਚ ਕੁਝ ਖਵਾਇਆ ਸੀ। ਸਗੋਂ ਆਪਣੇ ਘਰ ਦੇ ਕਿਸੇ ਜੀ ਨੇ ਹੀ ਉਹਨਾਂ ਦੀ ਸ਼ੋਹਰਤ ਤੇ ਇੱਜ਼ਤ ਨੂੰ ਬਰਦਾਸ਼ਤ ਨਾ ਕਰਦਿਆਂ ਹੋਇਆਂ ਉਹਨਾਂ ਨੂੰ ਕੁਝ ਖਵਾ ਕੇ ਹੌਲੀ ਮੌਤ ਦੇ ਬੂਹੇ ਤੀਕਰ ਅਪੜਾ ਛੱਡਿਆ ਸੀ। ਜੇ ਇੰਝ ਹੀ ਸੀ ਤਾਂ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਇਹ ਕੰਮ ਉਹਨਾਂ ਦੇ ਦੋਹਾਂ ਭਰਾਵਾਂ ਤੋਂ ਅੱਡ ਹੋਰ ਕੌਣ ਕਰ ਸਕਦਾ ਸੀ। ਰਈਸ ਫਾਤਮਾ ਦਾ ਕਹਿਣਾ ਸੀ ਕਿ ਮੇਰੇ ਅੱਬਾ ਜੀ ਹੀ ਨਹੀਂ ਸਗੋਂ ਉਰਦੂ ਦੇ ਬਹੁਤ ਵੱਡੇ ਲੇਖਕ ਪਿਤਰਸ ਬੁਖਾਰੀ ਦੇ ਭਰਾ ਤੇ ਰੇਡੀਓ ਪਾਕਿਸਤਾਨ ਦੇ ਪਹਿਲੇ ਡਾਇਰੈਕਟਰ ਜਨਰਲ ZA ਬੁਖਾਰੀ ਵੀ ਉਹ ਗੱਲ ਕਹਿੰਦੇ ਸਨ। ZA ਬੁਖਾਰੀ 1929 ਵਿੱਚ ਸ਼ਿਮਲਾ ਦੇ ਇੱਕ ਸਰਕਾਰੀ ਮਹਿਕਮੇ ਵਿੱਚ ਮੁਲਾਜ਼ਮ ਹੋਏ ਸਨ ਤੇ ਮਗਰੋਂ 1935 ਨੂੰ ਆਲ ਇੰਡੀਆ ਰੇਡੀਓ ਦਿੱਲੀ ਵਿੱਚ ਮੁਲਾਜ਼ਮ ਹੋ ਗਏ ਸਨ। ਇਹ ਉਹੀ ਦੌਰ ਸੀ ਜਦੋਂ ਮਾਸਟਰ ਮਦਨ ਦੀ ਕਲਾ ਸ਼ੋਹਰਤ ਦੇ ਆਸਮਾਨ ਨੂੰ ਛੂ ਰਹੀ ਸੀ। ਰਈਸ ਫਾਤਮਾ ਨੇ ਮਾਸਟਰ ਮਦਨ ਬਾਰੇ ਆਪਣੇ ਅੱਬਾ ਜੀ ਕੋਲੋਂ ਜੋ ਕੁਝ ਸੁਣਿਆ ਸੀ, ਕੋਈ ਭਾਵੇਂ ਉਸ ਤੇ ਇਤਬਾਰ ਕਰੇ
ਜਾਂ ਨਾ ਕਰੇ। ਪਰ ਹੁਣ ਤੀਕਰ ਉਹਨਾਂ ਦੀ ਮੌਤ ਨਾਲ ਜੁੜੀਆਂ ਜਿੰਨੀਆਂ ਵੀ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਰਹੀਆਂ, ਇਹ ਸਬੂਤ ਜਾਂ ਅੰਦਾਜ਼ਾ ਉਹਨਾਂ ਸਾਰੀਆਂ ਤੋਂ ਵੱਖਰਾ ਹੈ। ਰਈਸ ਫਾਤਮਾ ਦੇ ਇਹ ਵੀ ਕਹਿਣਾ ਸੀ ਕਿ ਜੇ ਪਿਓ ਆਪਣੇ ਪੁੱਤਰ ਦੀ ਅੱਖਾਂ ਵਿੱਚ ਸਿਲਾਈ ਤੇ ਪੁੱਤਰ ਤਖਤ ਹਾਸਲ ਕਰਨ ਲਈ ਆਪਣੇ ਪਿਓ ਨੂੰ ਬੰਦੀਖਾਨੇ ਵਿੱਚ ਸੁੱਟ ਸਕਦਾ ਹੈ, ਤਾਂ ਇਹ ਵੀ ਹੋ ਸਕਦਾ ਹੈ ਕਿ ਵੱਡੇ ਭਰਾਵਾਂ ਨੇ ਆਪਣੇ ਛੋਟੇ ਭਰਾ ਦੀ ਸ਼ੋਹਰਤ ਤੋਂ ਜਲ ਕੇ ਉਹਨੂੰ ਭਾਰਾ ਪਵਾ ਦਿੱਤਾ ਹੋਵੇ। ਅਸਾਂ ਜਿਹੜਾ ਲੇਖ ਤੁਹਾਡੇ ਸਾਹਮਣੇ ਪੇਸ਼ ਕੀਤਾ, ਇਹ ਸਾਰੀਆਂ ਗੱਲਾਂ ਸੁਣੀਆਂ ਸੁਣਾਈਆਂ, ਕਿਤਾਬਾਂ ਚੋਂ ਪੜ੍ਹੀਆਂ, ਅਖਬਾਰਾਂ ਚੋਂ ਪੜ੍ਹੀਆਂ, ਜਾਂ ਬਹੁਤ ਸਾਰੇ ਲੋਕਾਂ ਨੇ ਅੱਜ ਤੱਕ ਜੋ ਕੁਝ ਲਿਖਿਆ ਹੈ ਉਹਨਾਂ ਰਾਹੀਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਗਈਆਂ। ਇਹਦਾ ਗਵਾਹ ਸਿਵਾਏ ਰਈਸ ਫਾਤਮਾ ਸਾਹਿਬਾ ਦੇ ਹੋਰ ਕੋਈ ਵੀ ਨਹੀਂ, ਜਿਨ੍ਹਾਂ ਆਪਣੇ ਅੱਬਾ ਜੀ ਰਾਹੀਂ ਇਹ ਦੱਸਿਆ ਹੈ ਕਿ ਉਹ ਘਰ ਜਾਂਦੇ ਸਨ ਉਹਨਾਂ ਦੇ, ਔਰ ਘਰ ਜਾ ਕੇ ਮਾਸਟਰ ਮਦਨ ਨੂੰ ਮਿਲਦੇ ਸਨ ਤੇ ਮਾਸਟਰ ਮੋਹਨ ਨੂੰ ਵੀ ਮਿਲਦੇ ਸਨ। ਇਹਦੇ ਨਾਲ ਨਾਲ ਉਹ ਕੇਐਲ ਸਹਿਗਲ ਦੇ ਵੀ ਦੋਸਤ ਸਨ। ਸਾਨੂੰ ਇਹ ਗਵਾਹੀਆਂ ਬਹੁਤ ਅੱਛੀਆਂ ਲੱਗੀਆਂ ਤੇ ਨਾਲ ਇਹ ਜਿਹੜੇ ਸਵਾਲ ਉਠਾਏ ਗਏ ਉਹਨਾਂ ਦੀ ਮੌਤ ਬਾਰੇ, ਉਹਨਾਂ ਦੇ ਵਿੱਚ ਵੀ ਇਹ ਇੱਕ ਵਖਰੇਵਾਂ ਨਜ਼ਰ ਆਉਂਦਾ ਹੈ ਜਿਹੜਾ ਰਈਸ ਫਾਤਮਾ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਤੇ ਉਹਦੇ ਨਾਲ ਜ਼ੈਡ ਬੁਖਾਰੀ ਸਾਹਿਬ ਹੋਰਾਂ ਦਾ ਜਿਹੜਾ ਹਵਾਲਾ ਦਿੱਤਾ ਹੈ ਉਹ ਵੀ ਕੋਈ ਮਾਮੂਲੀ ਗੱਲ ਨਹੀਂ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਦੇ ਉੱਤੇ ਜ਼ਰੂਰ ਤਬਸਰਾ ਕਰੋਗੇ ਜੋ ਕੁਝ ਅਸਾਂ ਗੱਲ ਕੀਤੀ, ਤਾਂ ਕਿ ਮਾਸਟਰ ਮਦਨ ਬਾਰੇ ਲੁਕੀਆਂ ਹੋਈਆਂ ਗੱਲਾਂ, ਜਿਵੇਂ ਕਿ ਉਹਨਾਂ ਦੀ ਭੈਣ ਬਾਰੇ ਕਿ ਉਹਨਾਂ ਕੋਲ ਕਾਤਰਾਂ ਪਈਆਂ ਹੋਈਆਂ ਨੇ, ਜਾਂ ਦੂਜੇ ਅਖਬਾਰਾਂ 'ਚ ਜਿਹੜੀ ਚੀਜ਼ਾਂ ਛਪੀਆਂ ਨੇ, ਜਾਂ ਬਹੁਤ ਸਾਰੀ ਰਿਕਾਰਡਿੰਗ ਜਿਹੜੀ ਹੁਣ ਤੱਕ ਸਾਡੇ ਸਾਹਮਣੇ ਨਹੀਂ ਆ ਸਕੀ,